मैं डॉक्टर सिमरनजीत कौर बुट्टर ਲੈਕਚਰਰ ਪੰਜਾਬੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੈਂਪ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਤੋਂ ਤੁਹਾਨੂੰ ਸਾਰਿਆਂ ਨੂੰ ਸਤਿਕਾਰ ਤੇ ਪਿਆਰ ਭਰਪੂਰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ। ਪਿਆਰੇ ਬੱਚਿਓ, ਅੱਜ ਆਪਾਂ ਲਾਜ਼ਮੀ ਪੰਜਾਬੀ 12ਵੀਂ ਜਮਾਤ ਵਿੱਚ ਆਉਂਦੀ ਕਹਾਣੀ ਮਾੜਾ ਬੰਦਾ ਤੁਹਾਡੇ ਨਾਲ ਸਾਂਝੀ ਕਰਾਂਗੇ। ਇਸ ਦੇ ਵਿੱਚ ਕਹਾਣੀਕਾਰ ਨੇ ਮਾੜਾ ਬੰਦਾ ਕੌਣ ਹੈ ਕਿ ਉਹ ਆਪ ਕਹਾਣੀਕਾਰ ਜਾਂ ਰਿਕਸ਼ੇ ਵਾਲਾ ਇਸ ਦੇ ਬਾਰੇ ਵਿੱਚ ਵਿਚਾਰ ਦਿੱਤੇ ਹਨ। ਤੇ ਆਓ ਸੁਣਦੇ ਹਾਂ ਕਹਾਣੀ ਮਾੜਾ ਬੰਦਾ। ਪਿਆਰੇ ਬੱਚਿਓ, ਅੱਜ ਮੈਂ ਤੁਹਾਡੇ ਨਾਲ ਲਾਜ਼ਮੀ ਪੰਜਾਬੀ 12ਵੀਂ ਜਮਾਤ ਵਿਚਲੀ ਕਹਾਣੀ ਮਾੜਾ ਬੰਦਾ ਸਾਂਝੀ ਕਰਨ ਜਾ ਰਹੀ ਹਾਂ। ਇਸ ਤੋਂ ਪਹਿਲਾਂ ਕਿ ਕਹਾਣੀ ਤੁਹਾਨੂੰ ਸੁਣਾਈਏ, ਇਸ ਤੇ ਕਹਾਣੀਕਾਰ ਪ੍ਰੇਮ ਪ੍ਰਕਾਸ਼ ਜੀ ਦੇ ਜੀਵਨ ਬਾਰੇ ਵੀ ਕੁਝ ਜਾਣ ਲਈਏ। ਪ੍ਰੇਮ ਪ੍ਰਕਾਸ਼ ਜੀ ਦਾ ਜਨਮ ਸ਼੍ਰੀਮਤੀ ਦਇਆਵੰਤੀ ਮਾਤਾ ਰਾਮ ਪ੍ਰਸਾਦ ਪਿਤਾ ਦੇ ਘਰ 26/6/1932 ਈਸਵੀ ਨੂੰ ਖੰਨਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਇਹਨਾਂ ਦਾ ਜਿਹੜਾ ਕਿੱਤਾ ਸੀ ਉਹ ਅਧਿਆਪਨ ਦਾ, ਸੰਪਾਦਕ ਦਾ ਤੇ ਸਾਹਿਤਕਾਰ ਦੇ ਤੌਰ ਤੇ ਸੀ। ਇਹਨਾਂ ਨੇ ਕਚਕੜੇ, ਨਮਾਜ਼ੀ, ਸਵੈਤਾਂਬਰ ਨੇ ਕਿਹਾ ਸੀ, ਕੁਝ ਅਣਕਿਹਾ ਵੀ, ਰੰਗਮੰਚ ਤੇ ਭਿਕਸ਼ੂ ਕਹਾਣੀ ਸੰਗ੍ਰਹਿ ਰਚੇ। ਸਵੈ ਜੀਵਨੀ, ਬੰਦੇ ਅੰਦਰ ਬੰਦੇ ਅਤੇ ਆਤਮ ਮਾਇਆ ਅਤੇ ਨਾਵਲ ਦਸਤਾਵੇਜ਼ ਰਚੇ। ਰਾਸ਼ਟਰੀ ਸਾਹਿਤ ਅਕਾਦਮੀ ਵੱਲੋਂ ਕੁਝ ਅਣਕਿਹਾ ਵੀ ਕਹਾਣੀ ਸੰਗ੍ਰਹਿ ਲਈ ਪੁਰਸਕਾਰ ਦੇ ਤੌਰ ਤੇ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ। ਪਿਆਰੇ ਬੱਚਿਓ, ਜਿਹੜੇ ਤੁਹਾਡੀ ਇਸ ਸਿਲੇਬਸ ਦੇ ਵਿੱਚ 12ਵੀਂ ਜਮਾਤ ਦੇ ਵਿੱਚ ਜਿਹੜਾ ਸਿਲੇਬਸ ਦੇ ਵਿੱਚ ਆਉਂਦੀ ਕਹਾਣੀ ਮਾੜਾ ਬੰਦਾ, ਉਸ ਦੇ ਵਿੱਚ ਇੱਕ ਮੱਧ ਵਰਗੀ ਮਾਨਸਿਕਤਾ ਨੂੰ ਉਘਾੜ ਕੇ ਪੇਸ਼ ਕੀਤਾ ਗਿਆ ਹੈ। ਇਹ ਪਤੀ ਪਤਨੀ ਦਾ ਇੱਕ ਆਮ ਰਿਕਸ਼ਾ ਚਾਲਕ ਵੱਲੋਂ ਕੁਝ ਵੱਧ ਪੈਸੇ ਮੰਗਣ ਤੇ ਕੁਝ ਝਗੜਨਾ, ਰਿਕਸ਼ੇ ਵਾਲੇ ਵੱਲੋਂ ਉਹਨਾਂ ਦੇ ਦਿੱਤੇ ਪੈਸੇ ਵਗਾਹ ਮਾਰਨ ਉਪਰੰਤ ਉਸ ਦਾ ਕਾਫੀ ਸਮੇਂ ਤੱਕ ਬਾਹਰ ਖੜੇ ਰਹਿਣਾ ਦੋਹਾਂ ਪਤੀ ਪਤਨੀ ਨੂੰ ਪਰੇਸ਼ਾਨ ਤੇ ਬੇਚੈਨ ਕਰ ਦਿੰਦਾ ਹੈ। ਦੋਵੇਂ ਹੀ ਆਪਣੇ ਕੰਮ ਵਿੱਚ ਇਕਾਗਰ ਚਿੱਤ ਨਹੀਂ ਹੋ ਸਕਦੇ। ਘੜੀ ਮੁੜੀ ਬਾਹਰ ਝਾਕ ਕੇ ਉਸ ਨੂੰ ਖੜੇ ਹੋਏ ਨੂੰ ਦੇਖ ਕੇ ਅੰਦਰ ਬੈਠੇ ਘਬਰਾਈ ਜਾਂਦੇ ਹਨ। ਅਸਲ ਵਿੱਚ ਆਪਣੇ ਆਪ ਨੂੰ ਤਾਕਤਵਰ ਸਮਝਦੀ ਮੱਧ ਵਰਗ ਦੀ ਪਤਨੀ ਇੱਕ ਆਮ ਮਾੜੇ ਜਿਹੇ ਰਿਕਸ਼ਾ ਚਾਲਕ ਤੋਂ ਡਰ ਜਾਂਦੀ ਹੈ, ਜਦ ਕਿ ਬਾਹਰ ਖੜਾ ਰਿਕਸ਼ਾ ਚਾਲਕ ਤਾਕਤਵਰ ਜਾਪਣ ਲੱਗ ਜਾਂਦਾ ਹੈ। ਜਦੋਂ ਕੁਝ ਸਮਾਂ ਬਾਹਰ ਖੜੇ ਰਹਿਣ ਬਾਅਦ ਰਿਕਸ਼ੇ ਵਾਲਾ ਪੈਸੇ ਲੈ ਬਿਨਾਂ ਚਲਾ ਜਾਂਦਾ ਹੈ ਤਾਂ ਦੋਹਾਂ ਪਤੀ ਪਤਨੀ ਨੂੰ ਸੁੱਖ ਦਾ ਸਾਹ ਤਾਂ ਆਉਂਦਾ ਹੈ, ਪਰ ਨਾਲ ਹੀ ਉਹਨਾਂ ਨੂੰ ਦੋਸ਼ ਭਾਵਨਾ ਵੀ ਆ ਘੇਰਦੀ ਹੈ। ਇਹ ਦੋਸ਼ ਭਾਵਨਾ ਤੋਂ ਛੁਟਕਾਰਾ ਪਾਉਣ ਲਈ ਉਹ ਸੋਚਦੇ ਹਨ ਕਿ ਉਹ 3 ਰੁਪਏ ਪਿੰਗਲਵਾੜੇ ਨੂੰ ਦੇ ਦੇਣਗੇ ਤਾਂ ਜੋ ਉਹਨਾਂ ਨੂੰ ਮਾੜੇ ਬੰਦੇ ਨਾ ਸਮਝਿਆ ਜਾਵੇ। ਇਸ ਤਰ੍ਹਾਂ ਕਰਕੇ ਉਹ ਆਪਣੇ ਮਨ ਨੂੰ ਸੰਤੁਸ਼ਟ ਕਰ ਲੈਂਦੇ ਹਨ। ਪਿਆਰੇ ਬੱਚਿਓ, ਅੱਜ ਮੈਂ ਤੁਹਾਡੇ ਨਾਲ 12ਵੀਂ ਜਮਾਤ ਲਾਜ਼ਮੀ ਪੰਜਾਬੀ ਵਿਚਲੀ ਕਹਾਣੀ ਮਾੜਾ ਬੰਦਾ ਸਾਂਝਾ ਕਰਨ ਜਾ ਰਹੀ ਹਾਂ। ਤੇ ਆਓ ਸੁਣਦੇ ਹਾਂ ਕਹਾਣੀ ਮਾੜਾ ਬੰਦਾ। ਉਹ ਉੱਥੇ ਹੀ ਖੜਾ ਸੀ। ਮੇਰੀ ਪਤਨੀ ਨੇ ਮੈਥੋਂ ਚੋਰੀ ਚੋਰੀ ਰਸੋਈ ਚੋਂ ਨਿਕਲ ਕੇ ਉਹਨੂੰ 2 ਵਾਰ ਦੇਖਿਆ। ਫਿਰ ਉਹ ਬੂਹੇ 'ਚ ਖਲੋ ਕੇ ਮੇਰੇ ਵੱਲ ਵੇਖਣ ਲੱਗੀ। ਮੈਂ ਖਿਜੀ ਨਜ਼ਰ ਨਾਲ ਉਹਨੂੰ ਵੇਖਿਆ ਤਾਂ ਉਹ ਰਸੋਈ 'ਚੋਂ ਵੜ ਕੇ ਚਾਹ ਬਣਾਉਣ ਲੱਗ ਪਈ। ਮੈਂ ਮੇਜ਼ 'ਤੇ ਬਹਿ ਕੇ ਫਿਰ ਉਹੀ ਚਿੱਠੀ ਲਿਖਣ ਦਾ ਯਤਨ ਕਰਨ ਲੱਗਾ ਜਿਹੜੀ ਕਈ ਦਿਨਾਂ ਤੋਂ ਅਧੂਰੀ ਪਈ ਸੀ। ਜੰਗਲਾਤ ਦੇ ਅਫਸਰ ਆਪਣੀ ਭੂਆ ਦੇ ਪੁੱਤਰ ਭਰਾ ਨੂੰ ਫਰਨੀਚਰ ਬਣਵਾ ਕੇ ਭੇਜਣ ਲਈ ਲਿਖਣਾ ਸੀ। ਸਾਈਜ਼ ਤੇ ਡਿਜ਼ਾਈਨ ਲਿਖਣ ਵੇਲੇ ਗੱਲ ਉਲਝ ਗਈ ਸੀ। ਜਰਾ ਕੁ ਸੁਲਝਣ ਲੱਗੀ ਤਾਂ ਪਤਨੀ ਨੇ ਆ ਕੇ ਹੌਲੀ ਦੇਣੀ ਕਿਹਾ, ਹੈਂ ਜੀ, ਉਹ ਉੱਥੇ ਹੀ ਖਲੋਤਾ। ਪਤਨੀ ਹਾਲੇ ਵੀ ਬੇਚੈਨ ਸੀ। ਮੈਂ ਚਾਹੁੰਦਾ ਸੀ ਵੀ ਉਹਦਾ ਧਿਆਨ ਹੀ ਨਾ ਕਰੇ, ਪਰ ਮੈਥੋਂ ਆਪ ਚਿੱਠੀ ਲਿਖੀ ਨਹੀਂ ਸੀ ਜਾ ਰਹੀ। ਮੈਂ ਵੀ ਉਹਨੂੰ ਬਾਰੀ ਵਿੱਚੋਂ ਕਈ ਵਾਰ ਵੇਖ ਚੁੱਕਾ ਸੀ। ਉਹ ਉਂਝ ਹੀ ਖਲੋਤਾ ਸੀ, ਚੌਂਕ ਦੇ ਖੱਬੇ ਪਾਸੇ ਆਪਣੇ ਰਿਕਸ਼ੇ ਦਾ ਰੁੱਖ ਪਾਰਕ ਵੱਲ ਨੂੰ ਕਰਕੇ। ਪਹਿਲਾਂ ਉਹ ਰਿਕਸ਼ੇ ਦੀ ਗੱਦੀ 'ਤੇ ਬੈਠਾ ਸੀ,
ਫਿਰ ਉਹ ਪੈਂਡਲਾਂ 'ਤੇ ਖਲੋ ਗਿਆ। ਹੁਣ ਉਹਨੇ ਕਾਠੀ 'ਤੇ ਕੂਹਣੀ ਰੱਖੀ ਹੋਈ ਸੀ ਅਤੇ ਝੁਕਿਆ ਖਲੋਤਾ ਸੀ, ਜਿਵੇਂ ਉਹਨੇ ਕਿਤੇ ਜਾਣਾ ਵੀ ਨਹੀਂ ਹੁੰਦਾ। ਉਹਨੇ ਇੱਕ ਵਾਰ ਵੀ ਮੁੜ ਕੇ ਸਾਡੇ ਵੱਲ ਨਹੀਂ ਸੀ ਵੇਖਿਆ। ਘੱਟੋ ਘੱਟ ਉਦੋਂ ਉਹ ਖਾਲੀ ਪਲਾਟ ਵੱਲ ਵੇਖੀ ਜਾ ਰਿਹਾ ਸੀ, ਜਿਵੇਂ ਉਹਦਾ ਸਾਡੇ ਨਾਲ ਕੋਈ ਲੈਣ ਦੇਣ ਹੀ ਨਾ ਹੋਵੇ। ਕੁੱਬੀ ਹੋਈ ਉਹਦੀ ਪਿੱਠ ਤੇ ਸੱਜੇ ਮੋਢੇ ਦੀ ਹੱਡੀ ਤੱਕ ਭੈੜੀ ਜਿਹੀ ਬੁਸ਼ਟ ਤੇ ਹੋਰ ਰੰਗ ਦੇ ਕੱਪੜੇ ਦੀ ਟਾਕੀ ਲੱਗੀ ਹੋਈ ਸੀ। ਕੱਛੇ ਹੇਠ ਕਾਲੀਆਂ ਸੁੱਕੀਆਂ ਲੱਤਾਂ ਸਨ ਤੇ ਸਿਰ ਦੇ ਵਾਲ ਮੈਲੇ ਉਲਝੇ ਹੋਏ ਸਨ। ਉਹਨੂੰ ਵੇਖ ਕੇ ਹੀ ਦਿਲ ਖਰਾਬ ਹੁੰਦਾ ਸੀ। ਜੇ ਉਹਦੀ ਫੋਟੋ ਖਿੱਚ ਕੇ ਅਖਬਾਰ 'ਚ ਛਾਪੀ ਜਾਵੇ ਤਾਂ ਹੇਠਾਂ ਲਿਖ ਦਿੱਤਾ ਜਾਵੇ, ਇਹ ਹੈ ਉਹ ਮੁੰਡਾ ਜਿਹੜਾ ਆਪਣੇ ਮਾਲਕ, ਉਹਦੀ ਪਤਨੀ ਤੇ ਇਕਲੌਤੇ ਪੁੱਤਰ ਨੂੰ ਕਤਲ ਕਰਕੇ ਉਹਨਾਂ ਦੇ ਸਾਰੇ ਗਹਿਣੇ ਲੈ ਕੇ ਭੱਜ ਗਿਆ ਸੀ, ਤਾਂ ਲੋਕ ਸੱਚ ਮੰਨ ਲੈਣਗੇ। ਇਹਦੀਆਂ ਭੁੱਖੀਆਂ ਨਜ਼ਰਾਂ ਇਸ ਤਰ੍ਹਾਂ ਹੈਰਾਨੀ ਨਾਲ ਵੇਖਦੀਆਂ ਨੇ ਜਿਵੇਂ ਕੋਈ ਚੰਗਾ ਵੇਖਿਆ ਹੀ ਨਹੀਂ ਹੁੰਦਾ, ਕਮੀਨੀਆਂ ਜਿਹੀਆਂ। ਜਦੋਂ ਉਹਨੇ ਭੈੜਾ ਜਿਹਾ ਮੂੰਹ ਕਰਕੇ ਆਨੇ ਕੱਢ ਕੇ ਮੇਰੇ ਵੱਲ ਤੱਕਿਆ ਸੀ, ਜਿਵੇਂ ਹੱਤਕ ਕਰ ਰਿਹਾ ਹੋਵੇ, ਤਾਂ ਮੈਨੂੰ ਖਿਝ ਆ ਗਈ ਸੀ। ਤੇ ਜਦੋਂ ਉਹਨੇ ਮੇਰੀ ਪਤਨੀ ਦੇ ਫੜਾਏ 2 ਰੁਪਏ ਬੁੜਬੁੜ ਕਰਕੇ ਵਗਾਹ ਮਾਰੇ ਸਨ, ਤਾਂ ਮੇਰਾ ਦਿਲ ਕੀਤਾ ਸੀ ਪਈ ਉਹਨੂੰ ਵਾਲਾਂ ਤੋਂ ਫੜ ਕੇ ਥੱਲੇ ਸੁੱਟ ਲਵਾਂ ਤੇ ਸੁੱਕੀਆਂ ਜੀਆਂ ਬਾਹਾਂ ਦੇ ਕਾਨੇ ਮਰੋੜ ਦਿਆਂ। ਪਰ ਮੇਰੀ ਪਤਨੀ ਨੇ ਮੈਨੂੰ ਰੋਕ ਦਿੱਤਾ। ਕੁਝ ਮੈਂ ਆਪ ਵੀ ਚੁੱਪ ਕਰ ਗਿਆ ਭਈ ਇਸ ਕਮੀਨੇ ਜਿਹੇ ਬੰਦੇ ਨੂੰ ਕੀ ਹੱਥ ਲਾਉਣਾ ਹੈ, ਛਿੱਟੇ ਹੀ ਪੈਣਗੇ। ਉਹ ਨਿੱਕੀ ਜਿਹੀ ਗਾਲ ਕੱਢ ਦੇਵੇ, ਹੱਥ ਚੁੱਕ ਲਵੇ, ਸ਼ਰੀਫ ਆਦਮੀ ਮਿੱਟੀ ਹੋ ਜਾਂਦਾ ਹੈ। ਫੇਰ ਭਾਵੇਂ ਉਹ ਆਪਣੇ ਆਪ ਨੂੰ ਹੀ ਗਾਲਾਂ ਕੱਢ ਲਵੇ, ਲੋਕ ਸਮਝਦੇ ਨੇ ਦੂਜੇ ਨੂੰ ਹੀ ਕੱਢ ਰਿਹਾ ਹੈ। ਉਂਝ ਵੀ ਮੈਂ ਨਹੀਂ ਚਾਹੁੰਦਾ ਵੀ ਮਾੜੇ ਬੰਦੇ ਨਾਲ ਲੜਿਆ ਜਾਵੇ, ਪਰ ਇਹ ਬੇਇਨਸਾਫੀ ਵੀ ਸਹਿ ਨਹੀਂ ਹੁੰਦੀ। ਸਬਜ਼ੀ ਮੰਡੀ ਤੋਂ ਇੱਥੋਂ ਤੱਕ ਦੇ 2 ਰੁਪਏ ਦੇਣੇ ਤੈਅ ਕੀਤੇ ਸਨ ਮੇਰੀ ਪਤਨੀ ਨੇ। ਫਿਰ ਝਗੜਾ ਕਾਹਦਾ? ਇਹ ਕਮੀਨਾ ਤਰੀਕਾ ਏ ਇਹਨਾਂ ਦਾ ਮੰਗਣ ਦਾ ਜਾਂ ਠੱਗਣ ਦਾ। ਪਹਿਲਾਂ ਕਹਿਣਗੇ ਜੋ ਮਰਜ਼ੀ ਦੇ ਦਿਓ, ਪਰ ਲੈਣ ਵੇਲੇ ਆਪਣੀ ਮਰਜ਼ੀ ਦੇ ਲੈਣਗੇ। ਜੇ ਪੈਸੇ ਤੈਅ ਕਰ ਲਓ ਤਾਂ ਜਦੋਂ ਮੁਹੱਲਾ ਨੇੜੇ ਆਉਣ ਲੱਗਦਾ ਏ ਤਾਂ ਕਹਿਣ ਲੱਗ ਪੈਂਦੇ ਨੇ, ਬੀਬੀ ਜੀ ਇਹ ਤਾਂ ਬੜਾ ਹੀ ਦੂਰ ਏ, ਸ਼ਹਿਰ ਦਾ ਦੂਜਾ ਪਾਸਾ ਆ ਗਿਆ, ਮਾਡਲ ਟਾਊਨ ਤਾਂ 1.5 ਮੀਲ ਲੰਮਾ ਏ, ਗਰੀਬ ਆਦਮੀ ਨੂੰ ਮਾਰ ਲਿਆ। ਇਸ ਵੇਲੇ ਕੋਈ ਇੰਨਾ ਦੂਰ ਕਾਹਨੂੰ ਆਉਂਦਾ ਏ? ਅਜੇ ਤਾਂ ਦੁਪਹਿਰ ਦੇ 2 ਹੀ ਵਜੇ ਸਨ। ਇਹਦਾ ਖਿਆਲ ਸੀ ਵੀ ਘਰ 'ਚ ਕੋਈ ਮਰਦ ਨਹੀਂ ਹੋਵੇਗਾ, ਜਨਾਨੀ ਨੂੰ ਠੱਗ ਲਵਾਂਗੇ। ਰਿਕਸ਼ਾ ਰੋਕ ਕੇ ਕਹਿੰਦਾ, ਇਹ ਤਾਂ ਬੀਬੀ ਜੀ ਸ਼ਕਤੀ ਨਗਰ ਹੀ ਆ ਗਿਆ, ਸੜਕ ਟੁੱਟੀ ਪਈ ਏ, 3 ਰੁਪਏ ਦਿਓ। ਆਵਾਜ਼ ਸੁਣ ਕੇ ਮੈਂ ਬਾਹਰ ਨਿਕਲ ਆਇਆ। ਉਹਨੇ ਮੇਰੇ ਸਾਹਮਣੇ ਮੇਰੀ ਪਤਨੀ ਦੇ ਫੜਾਏ 2 ਰੁਪਏ ਵਗਾਹ ਸੁੱਟੇ। ਜਦੋਂ ਮੈਂ ਉਹਨੂੰ ਕਮੀਨਾ ਕਹਿ ਕੇ ਮਾਰ ਲੱਗਾ ਤਾਂ ਗਰੀਬ ਹਾਂ ਨਾ, ਮਾੜਾ ਬੰਦਾ ਹਾਂ ਨਾ, ਆਖਦਾ ਭੈੜੀਆਂ ਜਿਹੀਆਂ ਨਜ਼ਰਾਂ ਨਾਲ ਵੇਖਦਾ ਰਿਕਸ਼ਾ ਲੈ ਕੇ ਤੁਰ ਗਿਆ। ਮੈਨੂੰ ਪਤਾ ਸੀ ਵੀ ਉਹ 1 ਰੁਪਇਆ ਵੱਧ ਮੰਗ ਕੇ 50 ਪੈਸੇ ਵੱਧ ਲੈਣਾ ਚਾਹੁੰਦਾ ਸੀ, ਪਰ ਇਹ ਕੋਈ ਤਰੀਕਾ ਸੀ? ਉਹ ਮਿੰਨਤ ਨਾ ਸਹੀ ਨਿਮਰਤਾ ਨਾਲ ਕਹਿੰਦਾ ਵੀ ਮੈਂ ਸਮਝਦਾ ਸੀ ਕੋਠੀ ਨੇੜੇ ਹੋਵੇਗੀ, ਉਹਨੂੰ ਉਸੇ ਵੇਲੇ ਪੈਸੇ ਮਿਲ ਜਾਣੇ ਸੀ। ਭਗਤਨੀ ਮੇਰੀ ਪਤਨੀ ਤਾਂ ਤੁਰੇ ਜਾਂਦੇ ਗਰੀਬ ਗੁਰਬੇ ਨੂੰ ਉਸੇ ਵੇਲੇ ਪੈਸੇ ਦੇਣ ਨੂੰ ਤਿਆਰ ਹੋ ਜਾਂਦੀ ਹੈ, ਹਰ ਇੱਕ ਨੂੰ ਰੋਟੀ ਚਾਹ ਦਿੰਦੀ ਹੈ। ਇਹਨੇ ਤਾਂ ਫਿਰ ਵੀ ਉਹਨੂੰ ਢੋ ਕੇ ਲਿਆਂਦਾ ਸੀ, ਪਰ ਪੁਆੜਾ ਪੈ ਗਿਆ ਉਹਦੇ ਰੁਪਏ ਸੁੱਟਣ ਤੇ ਮੇਰੇ ਗਰਮ ਹੋਣ ਤੇ। ਮੇਰੀ ਪਤਨੀ ਚਾਹ ਦਾ ਆਪਣਾ ਕੱਪ ਵੀ ਮੇਰੇ ਕੋਲ ਲੈ ਆਈ ਤੇ ਚੀਨੀ ਲੈਣ ਦੇ ਬਹਾਨੇ ਇੱਕ ਵਾਰ ਫਿਰ ਉਹਨੂੰ ਵੇਖ ਆਈ। ਕੁਰਸੀ 'ਤੇ ਬਹਿ ਕੇ ਚਾਹ ਪੀਂਦੀ ਨੇ ਮੇਰੇ ਚਿਹਰੇ ਵੱਲ ਤੱਕਿਆ। ਜਦ ਮੈਂ ਚੁੱਪ ਹੀ ਰਿਹਾ ਤਾਂ ਆਪ ਹੀ ਬੋਲੀ, ਛੱਡੋ ਪਰੇ, 3 ਰੁਪਏ ਹੀ ਨੇ, ਦੇ ਦਿਓ। ਨਹੀਂ, ਮੈਂ ਇੱਕੋ ਸ਼ਬਦ ਬੋਲਿਆ। ਉਹ ਗਰੀਬ ਏ, ਪੈਸੇ ਡਿੱਗ ਵੀ ਪੈਂਦੇ ਨੇ, ਬੱਚੇ ਰੋਜ਼ ਰੁਪਈਆ 2 ਰੁਪਈਏ ਖਰਚ ਦਿੰਦੇ ਨੇ, ਕਿੰਨੇ ਪੈਸੇ ਐਵੇਂ ਰੋੜ ਛੱਡੀਦੇ ਨੇ। ਉਹ ਰਿਕਸ਼ੇ ਵਾਲੇ ਦੀ ਵਕੀਲ ਬਣੀ ਬੈਠੀ ਸੀ, ਹਮਦਰਦੀ ਨਾਲ ਜਾਂ ਡਰ ਨਾਲ। ਉਂਝ ਉਹਦੀ ਗੱਲ ਠੀਕ ਸੀ। ਮੈਂ ਰੋਜ਼ 3-2.5 ਰੁਪਏ ਦੀਆਂ ਸਿਗਰਟਾਂ ਪੀਂਦਾ ਹਾਂ, ਮਹੀਨੇ 'ਚ 2-3 ਵਾਰਾਂ ਸਿਨੇਮਾ ਦੇਖਦਾ ਹਾਂ। ਡੈਡੀ, ਰਿਕਸ਼ੇ ਵਾਲਾ ਉੱਥੇ ਖਲੋਤਾ। ਇੱਕ ਬੰਦੇ ਨੇ ਪੁੱਛਿਆ, ਚੱਲਣਾ ਏ ਕੰਪਨੀ ਬਾਗ? ਕਹਿੰਦਾ ਨਹੀਂ, ਮੇਰੇ ਵੱਡੇ ਪੁੱਤਰ ਨੇ ਆ ਕੇ ਦੱਸਿਆ। ਬੇਵਕੂਫ, ਜਾਹਿਲ, ਤਦੇ ਸਾਲੇ ਗਰੀਬ ਨੇ। ਨਜਾਇਜ਼ ਤਰੀਕੇ ਨਾਲ 1 ਰੁਪਈਆ ਕਮਾਉਣ ਬਦਲੇ 2 ਰੁਪਏ ਦੀ ਸਵਾਰੀ ਗੁਆ ਦਿੱਤੀ। ਪੂਰਾ 1 ਘੰਟਾ ਬਰਬਾਦ ਕਰ ਲਿਆ। 5 ਰੁਪਏ ਕਮਾਏ ਜਾ ਸਕਦੇ ਸਨ ਇਸ ਸਮੇਂ 'ਚ। ਬੁੜਬੜਾ ਕੇ ਮੈਂ ਇੰਝ ਕਿਹਾ ਵੀ ਮੁੰਡਾ ਨਾ ਸੁਣੇ ਤੇ ਚਿੱਠੀ ਅਧੂਰੀ ਹੀ ਪਰੇ ਕਰ ਦਿੱਤੀ। ਮੈਂ ਨਹੀਂ ਸੀ ਚਾਹੁੰਦਾ ਵੀ
ਮੁੰਡੇ ਨੂੰ ਮੇਰੇ ਚਿਹਰੇ ਤੋਂ ਇਸ ਚਿੰਤਾ ਦਾ ਪਤਾ ਲੱਗੇ ਜਿਹੜੀ ਰਿਕਸ਼ੇ ਵਾਲੇ ਦੇ ਖਲੋਣ ਨਾਲ ਮੈਨੂੰ ਹੋ ਰਹੀ ਸੀ। ਮੈਂ ਪਤਨੀ ਨੂੰ ਵੀ ਇਵੇਂ ਜ਼ਾਹਿਰ ਕਰ ਰਿਹਾ ਸੀ ਤੇ ਸਮਝਾ ਵੀ ਰਿਹਾ ਸੀ ਭਈ ਉਹ ਉੱਧਰ ਧਿਆਨ ਹੀ ਨਾ ਦੇਵੇ, ਸਾਲਾ ਆਪੇ ਥੱਕ ਹਾਰ ਕੇ ਚਲਿਆ ਜਾਵੇਗਾ। ਪਤਨੀ ਕੱਪ ਚੁੱਕ ਕੇ ਰਸੋਈ 'ਚ ਚਲੀ ਗਈ। ਮੈਂ ਉੱਠ ਕੇ ਬਾਰੀ ਵਿੱਚੋਂ ਝਾਤੀ ਮਾਰੀ। ਕੋਈ ਹੋਰ ਰਿਕਸ਼ੇ ਵਾਲਾ ਉਹਦੇ ਕੋਲ ਖਲੋਤਾ ਸੀ। ਉਹ ਦੂਜਾ ਰਿਕਸ਼ੇ ਵਾਲਾ ਕੋਈ ਗੱਲ ਕਰਕੇ ਕਾਹਲ ਨਾਲ ਅੱਡੇ ਵੱਲ ਨੂੰ ਚਲਾ ਗਿਆ। ਮੈਨੂੰ ਲੱਗਾ ਉਹ ਆਪਣੇ ਸਾਥੀਆਂ ਨੂੰ ਬੁਲਾਉਣ ਗਿਆ ਏ। ਇਹਨਾਂ ਵਿੱਚ ਏਕਤਾ ਬੜੀ ਏ। ਝਗੜਾ ਹੋਣ 'ਤੇ ਸਾਰੇ ਚੰਬੜ ਜਾਂਦੇ ਨੇ, ਪਰ ਦੂਜੇ ਮੁਸਾਫਰ ਵੇਖ ਕੇ ਵੀ ਲੰਘ ਜਾਂਦੇ ਨੇ। ਬੁਲਾ ਲਿਆਵੇ ਪਿਆ, ਮੈਂ ਵੀ ਕੋਈ ਡਰਦਾ ਸੋਚ ਕੇ ਮੈਂ ਕੁਰਸੀ 'ਤੇ ਬਹਿ ਗਿਆ। ਪਤਨੀ ਮੁੜ ਕੇ ਆ ਕੇ ਬੂਹੇ 'ਚ ਖਲੋ ਗਈ। ਹੌਲੀ ਜਿਹੀ ਕਹਿੰਦੀ, ਰਿਕਸ਼ੇ ਵਾਲੇ ਨੂੰ ਚੰਗਾ ਹੁੰਦਾ ਇੱਕ ਕੱਪ ਚਾਹ ਪਿਆ ਦਿੰਦੀ, ਹੁਣ ਡੋਲਣੀ ਪਈ ਏ। ਉਹ ਸਮਝੌਤੇ ਦਾ ਰਾਹ ਲੱਭ ਰਹੀ ਸੀ। ਲੱਗਦਾ ਸੀ ਉਹ ਹਾਰ ਗਈ ਏ। ਜੇ ਉਹ ਰਿਕਸ਼ੇ ਵਾਲਾ ਮੁੜ ਕੇ ਆ ਜਾਵੇ ਤਾਂ ਮੈਂ ਇੱਥੋਂ ਚਲਾ ਜਾਵਾਂ ਤਾਂ ਇਹ ਉਸ ਨੂੰ ਚੁੱਪ ਕਰਕੇ 3 ਰੁਪਏ ਹੀ ਦੇ ਦੇਵੇਗੀ। ਕਿਉਂ ਜੀ? ਉਹ ਕਹਿਣ ਲੱਗੀ, ਜੇ ਰਾਤ ਹੋਵੇ, ਮੀਂਹ ਵਸਦਾ ਹੋਵੇ ਤਾਂ 3 ਰੁਪਏ ਹੀ ਲੈਂਦੇ ਨੇ ਰਿਕਸ਼ੇ ਵਾਲੇ। ਹੁਣ ਮੀਂਹ ਵਸਦਾ? ਮੇਰੇ ਮੂੰਹੋਂ ਗੱਲ ਸਖਤੀ ਨਾਲ ਨਿਕਲ ਪਈ। ਇਸ ਦਾ ਅਹਿਸਾਸ ਮੈਨੂੰ ਵੀ ਸ਼ਿੱਦਤ ਨਾਲ ਹੋਇਆ। ਉਹ ਉੱਠ ਕੇ ਦੂਜੇ ਕਮਰੇ 'ਚ ਚਲੀ ਗਈ। ਮੈਂ ਚਿੱਠੀ ਤੇ 2-3 ਸਤਰਾਂ ਝਰੀਟੀਆਂ ਤੇ ਪੂਰੀ ਕਰ ਦਿੱਤੀ। ਪੂਰੀ ਕੀ ਕਰ ਦਿੱਤੀ, ਥੱਕ ਹਾਰ ਕੇ ਲਿਖ ਦਿੱਤਾ। ਹੋਰ ਗੱਲਾਂ ਮੈਂ ਅਗਲੀ ਚਿੱਠੀ 'ਚ ਲਿਖਾਂਗਾ। ਡਿਜ਼ਾਈਨ ਜਿਹੜਾ ਤੁਹਾਨੂੰ ਚੰਗਾ ਲੱਗੇ ਤੇ ਲੱਕੜ ਬਾਰੇ ਮਿਸਤਰੀ ਨੇ ਜਿਹੜੀ ਗੱਲ ਮੈਨੂੰ ਦੱਸੀ ਸੀ ਉਹ ਭੁੱਲ ਭੱਲ ਗਈ ਸੀ। ਵਿਚਕਾਰ ਹਰਾਮਜ਼ਾਦਾ ਉਹ ਆ ਗਿਆ ਸੀ ਜਿਹੜਾ ਚੌਂਕ 'ਚ ਖਲੋਤਾ ਸੀ। ਸ਼ਾਇਦ ਹਾਲੇ ਵੀ ਉਂਝ ਖਲੋਤਾ ਹੋਵੇ, ਰਿਕਸ਼ੇ ਦੀ ਕਾਠੀ 'ਤੇ ਕੂਹਣੀ ਟਿਕਾ ਕੇ। ਮੈਨੂੰ ਪਤਨੀ ਦੀ ਇਸ ਆਦਤ 'ਤੇ ਖਿਝ ਆਈ ਕਿ ਜਦੋਂ ਵੀ ਕੋਈ ਮਜ਼ਦੂਰ ਝਗੜਾ ਪਾਵੇ ਤਾਂ ਵੱਧ ਪੈਸੇ ਦੇ ਕੇ ਖਲਾਸੀ ਕਰ ਲਈ ਜਾਵੇ ਤੇ ਅੱਡੇ 'ਤੇ ਬੈਠੇ ਮੰਗਤੇ ਦੀ ਇਹ ਗੱਲ ਮੰਨ ਲਈ ਜਾਵੇ ਕਿ 25 ਪੈਸੇ ਦਾ ਪਾਨ ਖਾ ਕੇ ਥੁੱਕ ਦਿੰਦੇ ਹੋ, ਇਸ ਗਰੀਬ ਦੀ ਤਲੀ 'ਤੇ ਥੁੱਕ ਦਿਓ। ਇਸ ਮਾਮਲੇ 'ਚ ਮੈਂ ਉਹਦੇ ਨਾਲ ਬਹਿਸ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਗੱਲ ਦਲੀਲ ਨਾਲੋਂ ਵੱਧ ਭਾਵਨਾ ਦੀ ਏ। ਉਹ ਪੁੰਨ ਸਮਝ ਕੇ ਸੁਖੀ ਹੋ ਜਾਂਦੀ ਏ ਤੇ ਰਿਕਸ਼ੇ ਵਾਲਾ ਜਾਂ ਮੰਗਤਾ ਠੇਕੇ ਤੋਂ ਬੋਤਲ ਲੈ ਆਉਂਦਾ ਏ। ਮੇਰਾ ਦਿਲ ਕੀਤਾ ਉੱਠ ਕੇ ਰਿਕਸ਼ੇ ਵਾਲੇ ਕੋਲ ਜਾਵਾਂ ਤੇ ਪੁੱਛਾਂ ਭਈ ਤੂੰ ਜਾਣ ਕੇ ਜਾਣਾ ਕਿ ਨਹੀਂ ਜਾਣਾ? ਭਲਾ ਮਾਨਸ ਬਣ ਕੇ ਪੈਸੇ ਲੈ ਕੇ ਟੁਰ ਜਾ, ਨਹੀਂ ਤਾਂ ਛਿੱਤਰ ਲਾ ਕੇ ਤੇਰੇ ਲਾਵਾਂਗਾ। ਪੁਲਿਸ ਨੂੰ ਫੋਨ ਕਰਕੇ ਕਹਿ ਦਿਆਂਗਾ ਇਹ ਬਦਮਾਸ਼ ਰਿਕਸ਼ੇ ਵਾਲਾ ਮੈਨੂੰ ਧਮਕੀਆਂ ਦਿੰਦਾ ਏ, ਮੇਰੀ ਇੱਜ਼ਤ ਨੂੰ ਹੱਥ ਪਾਉਣ ਨੂੰ ਫਿਰਦਾ ਏ। ਔਖਾ ਜਿਹਾ ਉੱਠ ਕੇ ਮੈਂ ਬਰਾਂਡੇ 'ਚ ਆਇਆ। ਗੁੱਸੇ ਨਾਲ ਵਿਹੜੇ 'ਚ ਗਿਆ। ਗੇਟ ਵੱਲ ਵਧਿਆ ਤਾਂ ਉਹ ਰਿਕਸ਼ਾ ਵਾਲਾ ਉੱਥੇ ਨਹੀਂ ਸੀ। ਮੈਂ ਪਿਛਾਂਹ ਮੁੜ ਕੇ ਪਤਨੀ ਨੂੰ ਆਵਾਜ਼ ਮਾਰੀ। ਉਹ ਕੋਈ ਧਰਮ ਪੋਥੀ ਪੜ੍ਹਦੀ ਬਾਹਰ ਨਿਕਲੀ। ਮੈਂ ਉਹਨੂੰ ਦੱਸਿਆ ਕਿ ਉਹ ਚਲਾ ਗਿਆ ਏ। ਉਹਨੇ ਝੱਟ ਦੇਣੀ ਪੋਥੀ ਬੰਦ ਕਰਕੇ ਬਰਾਂਡੇ ਦੀ ਬੰਨੀ 'ਤੇ ਰੱਖ ਦਿੱਤੀ। ਅਸੀਂ ਲਾਨ 'ਚ ਪਈਆਂ ਕੁਰਸੀਆਂ 'ਤੇ ਬਹਿ ਗਏ। ਉਹਦੇ ਚਿਹਰੇ 'ਤੇ ਦੁੱਖ ਦਾ ਜਿਹੜਾ ਪੋਚਾ ਫਿਰਿਆ ਪਿਆ ਸੀ ਉਹ ਧੁੱਪ ਗਿਆ ਸੀ। ਮੈਂ ਐਵੇਂ ਪੁੱਛਿਆ, ਅੱਜ ਰਾਤੀਂ ਫਿਲਮ ਨਾ ਵੇਖ ਆਈਏ? ਹੁਣ ਆਪਾਂ ਇਹ 3 ਰੁਪਏ ਪਿੰਗਲਵਾੜੇ ਨੂੰ ਦੇ ਦਿਆਂਗੇ ਤੇ ਉਹ 50 ਪੈਸੇ ਜਿਹੜੇ ਤੈਂ ਵੱਧ ਦੇਣੇ ਸਨ ਉਹ ਅੱਡੇ ਵਾਲੇ ਮੰਗਤੇ ਦੀ ਤਲੀ 'ਤੇ ਧਰ ਦਿਆਂਗੇ। ਜਿਵੇਂ ਤੇਰੀ ਮਰਜ਼ੀ, ਤੂੰ ਮੁਖਤਿਆਰ ਏ, ਮੈਨੂੰ ਕੀ। ਗੱਲ ਕਰਕੇ ਅਸੀਂ ਇੱਕ ਦੂਜੇ ਵੱਲ ਵੇਖਿਆ ਤੇ ਮੁਸਕਰਾ ਪਏ। ਪਿਆਰੇ ਬੱਚਿਓ, ਮਾੜਾ ਬੰਦਾ ਕਹਾਣੀ ਤੁਹਾਨੂੰ ਸੁਣਾਈ ਤੇ ਜੇਕਰ ਤੁਸੀਂ ਇਹ ਕਹਾਣੀ ਧਿਆਨ ਨਾਲ ਸੁਣੀ ਹੋਵੇਗੀ, ਧਿਆਨ ਨਾਲ ਸਮਝ ਕੇ ਆਪਣੇ ਦਿਮਾਗ ਦੇ ਵਿੱਚ ਬਿਠਾਈ ਹੋਵੇਗੀ ਤਾਂ ਜਿਹੜੇ ਹੁਣ ਆਪਾਂ ਅਭਿਆਸੀ ਪ੍ਰਸ਼ਨ ਕਰਨ ਜਾ ਰਹੇ ਹਾਂ ਤੁਹਾਨੂੰ ਆਪਣੇ ਆਪ ਹੀ ਇਸ ਦੇ ਉੱਤਰ ਮਿਲਦੇ ਜਾਣਗੇ। ਸਭ ਤੋਂ ਪਹਿਲਾਂ ਅਸੀਂ ਛੋਟੇ ਪ੍ਰਸ਼ਨ ਜਿਹੜੇ ਸੰਖੇਪ ਉੱਤਰ ਦੇਣ ਵਾਲੇ ਪ੍ਰਸ਼ਨ ਆ ਉਹ ਕਰਾਂਗੇ, ਜਿਹਨਾਂ ਨੂੰ ਇੱਕ ਵਸਤੂਨਿਸ਼ਟ ਪ੍ਰਸ਼ਨ ਦੇ ਤੌਰ 'ਤੇ ਤੁਹਾਡੇ ਪੇਪਰਾਂ ਵਿੱਚ ਆਉਂਦੇ ਆ। ਮਾੜਾ ਬੰਦਾ ਕਹਾਣੀ ਕਿਸ ਲੇਖਕ ਦੀ ਰਚਨਾ ਹੈ? ਤੁਹਾਨੂੰ ਬਹੁਤ ਉੱਤਰ ਦਿੱਤੇ ਹੋਣਗੇ, ਉਹਦੇ ਵਿੱਚੋਂ ਤੁਸੀਂ ਇੱਕ ਉੱਤਰ ਚੁਣਨਾ। ਪ੍ਰੇਮ ਪ੍ਰਕਾਸ਼, ਕੁਲਵੰਤ ਸਿੰਘ ਵਿਰਕ, ਸੰਤੋਖ ਸਿੰਘ ਧੀਰ ਕਿ ਗੁਲਜ਼ਾਰ ਸਿੰਘ ਸੰਧੂ। ਜਿਸ ਤਰ੍ਹਾਂ ਅਸੀਂ ਪਹਿਲਾਂ ਪੜ੍ਹਿਆ ਸੀ ਕਹਾਣੀ ਦੇ ਕਹਾਣੀਕਾਰ ਕਿਹੜੇ ਆ? ਪ੍ਰੇਮ ਪ੍ਰਕਾਸ਼। ਤੁਹਾਡਾ ਉੱਤਰ ਕੀ ਹੋਵੇਗਾ? ਪ੍ਰੇਮ ਪ੍ਰਕਾਸ਼। ਤੁਹਾਡੀ ਪਾਠ ਪੁਸਤਕ ਵਿੱਚ
ਪ੍ਰੇਮ ਪ੍ਰਕਾਸ਼ ਦੀ ਕਿਹੜੀ ਕਹਾਣੀ ਦਰਜ ਹੈ? ਸਾਂਝ ਆ, ਆਪਣਾ ਦੇਸ਼ ਆ, ਸਤਿਆ ਸਈ ਆ ਕਿ ਮਾੜਾ ਬੰਦਾ? ਤੇ ਤੁਹਾਡਾ ਉੱਤਰ ਕੀ ਹੋਏਗਾ? ਮਾੜਾ ਬੰਦਾ। ਮਾੜਾ ਬੰਦਾ ਕਹਾਣੀ ਦਾ ਪਾਤਰ ਕਿਹੜਾ ਹੈ? ਕਹਾਣੀਕਾਰ, ਲੇਖਕ, ਪਤਨੀ, ਵੱਡਾ ਮੁੰਡਾ, ਰਿਕਸ਼ੇ ਵਾਲਾ, ਨਰਿੰਜਨ ਸਿੰਘ, ਬੁੱਢੀ ਮਾਈ ਕਿ ਪ੍ਰੋਫੈਸਰ? ਤੇ ਤੁਹਾਡਾ ਉੱਤਰ ਹੈਗਾ ਸਭ ਤੋਂ ਪਹਿਲੇ ਵਾਲਾ। ਕਹਾਣੀਕਾਰ ਆ, ਲੇਖਕ ਆ, ਪਤਨੀ ਆ, ਵੱਡਾ ਮੁੰਡਾ ਤੇ ਰਿਕਸ਼ੇ ਵਾਲਾ, ਇਹ ਸਾਰੇ ਹੀ ਪਾਤਰ ਨੇ। ਮਾੜਾ ਬੰਦਾ ਕਹਾਣੀ ਵਿੱਚ ਮਾੜਾ ਬੰਦਾ ਕੌਣ ਹੈ? ਰਿਕਸ਼ੇ ਵਾਲਾ ਮਾੜਾ ਬੰਦਾ, ਲੇਖਕ ਦੀ ਪਤਨੀ, ਲੇਖਕ, ਤਿੰਨਾਂ ਵਿੱਚੋਂ ਕੋਈ ਵੀ ਨਹੀਂ। ਜਿਹੜਾ ਸਹੀ ਆ ਉਹਦੇ ਅੱਗੇ ਟਿਕ ਲਾਓ। ਤੇ ਤੁਸੀਂ ਕੀ ਉੱਤਰ ਦਿਓਗੇ? ਇਹਨਾਂ ਵਿੱਚੋਂ ਕੋਈ ਵੀ ਮਾੜਾ ਨਹੀਂ। ਮਾੜਾ ਬੰਦਾ ਕਹਾਣੀ ਵਿੱਚ ਕਹਾਣੀਕਾਰ, ਲੇਖਕ ਮੇਜ਼ ਉੱਤੇ ਬਹਿ ਕੇ ਕੀ ਲਿਖ ਰਿਹਾ ਸੀ? ਕੀ ਲਿਖ ਰਿਹਾ ਸੀ? ਚਿੱਠੀ ਲਿਖ ਰਿਹਾ ਸੀ। ਮਾੜਾ ਬੰਦਾ ਕਹਾਣੀ ਵਿੱਚ ਕੌਣ ਕੌਣ ਬੇਚੈਨ ਹਨ? ਕਹਾਣੀਕਾਰ ਤੇ ਉਸ ਦੀ ਪਤਨੀ। ਮਾੜਾ ਬੰਦਾ ਕਹਾਣੀ ਵਿੱਚ ਕੌਣ ਬਹੁਤਾ ਬੇਚੈਨ ਹੈ? ਕਹਾਣੀਕਾਰ ਦੀ ਪਤਨੀ। ਮਾੜਾ ਬੰਦਾ ਕਹਾਣੀ ਵਿੱਚ ਕਿਹੜਾ ਪਾਤਰ ਬੇਚੈਨ ਤਾਂ ਹੈ ਪਰ ਜ਼ਾਹਿਰ ਨਹੀਂ ਕਰਦਾ? ਉਹ ਖੁਦ ਕਹਾਣੀਕਾਰ ਜਿਹੜਾ ਬੇਚੈਨ ਬਹੁਤ ਹੈ ਪਰ ਉਹ ਦਿਖਾਵਾ ਨਹੀਂ ਕਰਦਾ। ਕਹਾਣੀਕਾਰ ਕਿਸ ਨੂੰ ਚਿੱਠੀ ਲਿਖਣ ਦਾ ਯਤਨ ਕਰ ਰਿਹਾ ਸੀ? ਭੂਆ ਦੇ ਪੁੱਤਰ ਨੂੰ। ਅੱਗੇ ਵੇਖੋ ਕਿ ਰਿਕਸ਼ੇ ਵਾਲਾ ਕਿਸੇ ਬੰਦੇ ਦੇ ਕਹਿਣ 'ਤੇ ਕਿੱਥੇ ਜਾਣ ਲਈ ਨਹੀਂ ਸੀ ਮੰਨਿਆ? ਕਿੱਥੇ ਜਾਣ ਲਈ ਨਹੀਂ ਸੀ ਮੰਨਿਆ? ਕੰਪਨੀ ਬਾਗ। ਕਹਾਣੀਕਾਰ ਦੀ ਪਤਨੀ ਡੋਲਿਆ ਗਿਆ ਚਾਹ ਦਾ ਕੱਪ ਕਿਸ ਨੂੰ ਦੇਣਾ ਚਾਹੁੰਦੀ ਸੀ? ਰਿਕਸ਼ੇ ਵਾਲੇ ਨੂੰ। ਕਹਾਣੀਕਾਰ ਦੀ ਬੇਚੈਨੀ ਦਾ ਸਿਖਰ ਕਦੋਂ ਦਿਖਾਈ ਦਿੰਦਾ ਹੈ? ਜਦੋਂ ਉਹ ਕਾਲੀ ਕਾਲੀ ਚਿੱਠੀ ਲਿਖ ਕੇ ਪੂਰੀ ਕਰ ਦਿੰਦਾ। ਮਾੜਾ ਬੰਦਾ ਕਹਾਣੀ ਵਿੱਚ ਧਰਮ ਪੋਥੀ ਕੌਣ ਪੜ੍ਹਦਾ ਹੈ? ਕਹਾਣੀਕਾਰ ਦੀ ਪਤਨੀ। ਪਤਨੀ ਨੇ 3 ਰੁਪਏ ਕਿੱਥੇ ਦੇਣ ਦੀ ਗੱਲ ਕੀਤੀ? ਕਿੱਥੇ ਦੇਣ ਦੀ ਗੱਲ ਕੀਤੀ? ਪਿੰਗਲਵਾੜੇ। ਪਤਨੀ ਨੇ 50 ਪੈਸੇ ਕਿਸ ਨੂੰ ਦੇਣ ਦੀ ਮੰਗ ਕੀਤੀ? ਅੱਡੇ ਵਾਲੇ ਮੰਗਤੇ ਨੂੰ। ਰਿਕਸ਼ੇ ਵਾਲੇ ਦੇ ਚਰਿੱਤਰ ਦਾ ਕੋਈ ਇੱਕ ਪੱਖ ਲਿਖੋ। ਉਹ ਝਗੜਾਲੂ ਆ, ਮੂਰਖ ਆ ਤੇ ਗਰੀਬ ਆ। ਕੋਈ ਇਸ ਤਰ੍ਹਾਂ ਅਸੀਂ ਲਿਖ ਸਕਦੇ ਹਾਂ। ਕਹਾਣੀਕਾਰ, ਲੇਖਕ ਦੇ ਚਰਿੱਤਰ ਦਾ ਕੋਈ ਇੱਕ ਪੱਖ ਲਿਖੋ। ਉਹ ਮੱਧ ਵਰਗ ਵਿੱਚ ਰਹਿਣ ਵਾਲਾ ਇਨਸਾਨ ਵਾ, ਥੋੜ੍ਹਾ ਜਿਹਾ ਗੁੱਸੇ ਵਾਲਾ ਵਾ, ਬੇਚੈਨ ਰਹਿਣ ਵਾਲਾ ਪਰ ਕਿਸੇ ਨੂੰ ਦੁੱਖ ਦੇਣ ਵਾਲਾ ਇਨਸਾਨ ਨਹੀਂ। ਇਸ ਤਰ੍ਹਾਂ ਅਸੀਂ ਵਸਤੂਨਿਸ਼ਟ ਪ੍ਰਸ਼ਨ ਕਰ ਲਏ। ਹੁਣ ਅਸੀਂ ਇਹਦੇ ਵਿੱਚ ਜਿਹੜੇ ਆਉਂਦੇ ਆ ਥੋੜ੍ਹੇ ਵੱਡੇ ਪ੍ਰਸ਼ਨ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ। ਉਹ ਉੱਥੇ ਹੀ ਖੜਾ ਸੀ। ਕਹਾਣੀ ਦੇ ਪਹਿਲੇ ਵਾਕ ਵਿਚਲਾ ਉਹ ਕੌਣ ਹੈ ਤੇ ਉਹ ਉੱਥੇ ਕਿਉਂ ਖੜਾ ਸੀ? ਕਹਾਣੀ ਦੇ ਪਹਿਲੇ ਵਾਕ ਵਿਚਲਾ ਉਹ ਰਿਕਸ਼ੇ ਵਾਲਾ ਹੈ। ਕਹਾਣੀ ਦੇ ਕਹਾਣੀਕਾਰ ਦੀ ਪਤਨੀ ਸਬਜ਼ੀ ਮੰਡੀ ਤੋਂ 2 ਰੁਪਏ ਤੈਅ ਕਰਕੇ ਉਸ ਦੇ ਰਿਕਸ਼ੇ ਵਿੱਚ ਬੈਠ ਕੇ ਘਰ ਆਈ ਸੀ, ਪਰ ਘਰ ਪਹੁੰਚ ਕੇ ਰਿਕਸ਼ੇ ਵਾਲੇ ਨੇ ਘਰ ਦੂਰ ਤੇ ਸੜਕ ਟੁੱਟੀ ਹੋਈ ਹੋਣ ਦਾ ਬਹਾਨਾ ਬਣਾ ਕੇ ਉਸ ਤੋਂ 3 ਰੁਪਏ ਮੰਗੇ। ਜਦੋਂ ਕਹਾਣੀਕਾਰ ਦੀ ਪਤਨੀ ਨੇ ਉਸ ਨੂੰ 2 ਰੁਪਏ ਹੀ ਦਿੱਤੇ ਤਾਂ ਉਸਨੇ ਵਗਾ ਕੇ ਸੁੱਟ ਦਿੱਤੇ। ਜਦੋਂ ਆਵਾਜ਼ ਸੁਣ ਕੇ ਕਹਾਣੀਕਾਰ ਬਾਹਰ ਨਿਕਲਿਆ ਤਾਂ ਉਸਨੂੰ ਗੁੱਸਾ ਚੜ੍ਹ ਗਿਆ। ਉਸਨੇ ਕਮੀਨਾ ਆ ਕੇ ਉਹਨੂੰ ਮਾਰਨਾ ਚਾਹਿਆ ਤੇ ਅੱਗੋਂ ਬੋਲਿਆ, ਮੈਂ ਗਰੀਬ ਹਾਂ ਨਾ, ਮੈਂ ਮਾੜਾ ਬੰਦਾ ਹਾਂ ਨਾ, ਆਖਦਾ ਭੈੜੀਆਂ ਨਜ਼ਰਾਂ ਨਾਲ ਅੱਗੇ ਨੂੰ ਤੁਰ ਗਿਆ। ਪਰੰਤੂ ਕੁਝ ਦੇਰ ਮਗਰੋਂ ਕਹਾਣੀਕਾਰ ਨੇ ਦੇਖਿਆ ਤਾਂ ਉਹ ਉੱਥੇ ਹੀ ਖੜਾ ਸੀ। ਉਸ ਨੂੰ ਦੇਖ ਕੇ ਕਹਾਣੀਕਾਰ ਦੀ ਪਤਨੀ ਡਰ ਕਾਰਨ ਬੇਚੈਨ ਹੋ ਰਹੀ ਸੀ, ਪਰੰਤੂ ਕਹਾਣੀਕਾਰ ਗੁੱਸੇ ਤੇ ਬੇਚੈਨੀ ਵਿੱਚ ਸੀ। ਰਿਕਸ਼ੇ ਵਾਲੇ ਦੀ ਦਿੱਖ ਅਤੇ ਉਸ ਤੋਂ ਉਤਪੰਨ ਹੋਣ ਵਾਲੇ ਪ੍ਰਭਾਵ ਬਾਰੇ ਉੱਤਮ ਪੁਰਖੀ ਪਾਤਰ ਜਾਂ ਕਹਾਣੀਕਾਰ ਕੀ ਸੋਚਦਾ ਹੈ? ਜਾਂ ਇਸ ਤਰ੍ਹਾਂ ਵੀ ਬੱਚਿਓ ਤੁਹਾਨੂੰ ਆ ਸਕਦਾ ਕਿ ਰਿਕਸ਼ੇ ਵਾਲੇ ਦਾ ਪਾਤਰ ਚਿੱਤਰਨ ਕਰੋ। ਰਿਕਸ਼ੇ ਵਾਲੇ ਦੀ ਭੈੜੀ ਬੁਛੜ ਉੱਤੇ ਪਿੱਠ ਵਾਲੀ ਥਾਂ ਅਤੇ ਸੱਜੇ ਮੋਢੇ ਦੀ ਹੱਡੀ ਤੱਕ ਹੋਰ ਹੀ ਰੰਗ ਦੀ ਟਾਕੀ ਲੱਗੀ ਹੋਈ ਸੀ। ਕੱਛੇ ਹੇਠ ਉਸ ਦੀਆਂ ਕਾਲੀਆਂ ਸੁੱਕੀਆਂ ਲੱਤਾਂ ਸਨ ਤੇ ਸਿਰ ਦੇ ਵਾਲ ਮੈਲੇ ਤੇ ਉਲਝੇ ਹੋਏ ਸਨ। ਉਸ ਨੂੰ ਵੇਖ ਕੇ ਦਿਲ ਹੀ ਖਰਾਬ ਹੁੰਦਾ ਸੀ। ਜੇ ਉਸ ਦੀ ਫੋਟੋ ਖਿੱਚ ਕੇ ਅਖਬਾਰ ਵਿੱਚ ਛਾਪੀ ਜਾਵੇ
ਤੇ ਹੇਠਾਂ ਲਿਖ ਦਿੱਤਾ ਜਾਵੇ ਕਿ ਇਹ ਹੈ ਉਹ ਮੁੰਡਾ ਜਿਹੜਾ ਆਪਣੇ ਮਾਲਕ, ਉਸ ਦੀ ਪਤਨੀ ਅਤੇ ਇਕਲੌਤੇ ਪੁੱਤਰ ਨੂੰ ਕਤਲ ਕਰਨ ਪਿੱਛੋਂ ਸਾਰੇ ਗਹਿਣੇ ਲੈ ਕੇ ਭੱਜ ਗਿਆ, ਤਾਂ ਸਾਰੇ ਲੋਕ ਸੱਚ ਮੰਨ ਲੈਣਗੇ। ਉਸ ਦੀਆਂ ਭੁੱਖੀਆਂ ਤੇ ਕਮੀਨੀਆਂ ਨਜ਼ਰਾਂ ਇਸ ਤਰ੍ਹਾਂ ਵੇਖ ਰਹੀਆਂ ਸਨ ਜਿਸ ਤਰ੍ਹਾਂ ਕੁਝ ਵੇਖਿਆ ਹੀ ਨਹੀਂ ਹੁੰਦਾ। ਇਸ ਤਰ੍ਹਾਂ ਕਰਕੇ ਅਸੀਂ ਉਸ ਦਾ ਪਾਤਰ ਚਿਤਰਨ ਬਾਰੇ ਕੁਝ ਜਿਹੜੀਆਂ ਪੰਕਤੀਆਂ ਲਿਖ ਸਕਦੇ ਹਾਂ। ਅਗਲਾ ਪ੍ਰਸ਼ਨ ਵੇਖੋ ਕਿ ਰਿਕਸ਼ੇ ਵਾਲੇ ਦੀ ਕਿਹੜੀ ਗੱਲ ਉੱਤੇ ਕਹਾਣੀਕਾਰ ਨੂੰ ਬਹੁਤ ਗੁੱਸਾ ਚੜ੍ਹਦਾ ਹੈ। ਕਹਾਣੀਕਾਰ ਨੇ ਜਦੋਂ ਰਿਕਸ਼ੇ ਵਾਲੇ ਨੂੰ ਆਪਣੀ ਪਤਨੀ ਦੁਆਰਾ ਫੜਾਏ ਰੁਪਏ ਬੁੜਬੁੜ ਕਰਦਿਆਂ ਵਗਾਹ ਮਾਰਦਿਆਂ ਦੇਖਿਆ ਤਾਂ ਉਸ ਨੂੰ ਗੁੱਸਾ ਚੜ੍ਹ ਗਿਆ। ਉਸ ਨੂੰ ਗੁੱਸਾ ਇਸ ਕਰਕੇ ਚੜ੍ਹਿਆ ਕਿ ਜਦੋਂ ਉਸ ਦੇ ਨਾਲ ਪੈਸੇ ਮਿਥੇ ਗਏ ਸਨ ਤੇ ਮਿਥ ਕੇ ਪੈਸੇ ਇੱਥੇ ਆਣ ਕੇ ਉਸ ਦੀ ਪਤਨੀ ਉਸ ਨੂੰ ਦੇ ਰਹੀ ਸੀ, ਪਰ ਰਿਕਸ਼ੇ ਵਾਲਾ ਜਿਹੜਾ ਸੀ ਉਹ ਬਾਰ-ਬਾਰ ਇਹ ਕਹਿ ਰਿਹਾ ਸੀ ਕਿ ਇਹ ਦੂਰ ਸੀ, ਰਸਤਾ ਖਰਾਬ ਸੀ, ਤਾਂ ਲੜ ਰਿਹਾ ਸੀ ਕਿ ਵੱਧ ਪੈਸੇ ਮੈਨੂੰ ਮਿਲਣੇ ਚਾਹੀਦੇ ਸਨ। ਇਸ 'ਤੇ ਉਹਨੂੰ ਹੋਰ ਵੀ ਗੁੱਸਾ ਚੜ੍ਹ ਗਿਆ ਤੇ ਕਹਾਣੀਕਾਰ ਦਾ ਦਿਲ ਕੀਤਾ ਸੀ ਕਿ ਉਹਨੂੰ ਵਾਲਾਂ ਤੋਂ ਫੜ ਕੇ ਹੇਠਾਂ ਸੁੱਟ ਲਵੇ ਤੇ ਉਸ ਦੀਆਂ ਕਾਨੇ ਵਰਗੀਆਂ ਬਾਹਾਂ ਨੂੰ ਮਰੋੜ ਸੁੱਟੇ। ਅਗਲਾ ਪ੍ਰਸ਼ਨ ਵੇਖੋ ਬੱਚਿਓ, ਲੇਖਕ ਦੇ ਰਿਕਸ਼ੇ ਵਾਲੇ ਬਾਰੇ ਕੀ ਵਿਚਾਰ ਹਨ? ਆਪਣੇ ਸ਼ਬਦਾਂ ਵਿੱਚ ਲਿਖੋ। ਲੇਖਕ ਨੂੰ ਰਿਕਸ਼ੇ ਵਾਲਾ ਸ਼ਕਲ ਤੋਂ ਕਾਤਲ, ਕਮੀਨਾ, ਲੁਟੇਰਾ ਜਾਪਦਾ ਸੀ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਕੋਈ ਚੰਗਾ ਕੰਮ ਕਰਦਾ ਹੀ ਨਾ ਹੋਵੇ। ਉਸ ਨੂੰ ਜਾਪਦਾ ਸੀ ਕਿ ਉਸ ਦੀ ਪਤਨੀ ਤੋਂ ਉਸ ਦੀ ਮੰਗ ਅਨੁਸਾਰ ਪੈਸੇ ਨਾ ਮਿਲਣ ਕਰਕੇ ਉਹ ਉਹਨਾਂ ਨਾਲ ਕੁਝ ਬੁਰਾ ਕਰੇਗਾ। ਇਸੇ ਕਰਕੇ ਹੀ ਜਿਹੜਾ ਕਹਾਣੀਕਾਰ ਆ ਅੰਦਰੋਂ ਅੰਦਰੀ ਬਹੁਤ ਬੇਚੈਨ ਸੀ। ਉਹ ਕੋਈ ਵੀ ਕੰਮ ਜਿਹੜਾ ਆਪਣਾ ਧਿਆਨ ਨਾਲ ਨਹੀਂ ਸੀ ਕਰ ਪਾ ਰਿਹਾ। ਜੇਕਰ ਉਹ ਇੱਕ ਪੱਤਰ ਲਿਖਣ ਬੈਠਾ ਸੀ ਤਾਂ ਉਸ ਦਾ ਉਸ ਪੱਤਰ ਦੇ ਲਿਖਣ ਦੇ ਵਿੱਚ ਮਨ ਨਹੀਂ ਸੀ, ਉਸਨੂੰ ਕੁਝ ਵੀ ਗੱਲ ਸੁੱਝ ਔੜ ਨਹੀਂ ਸੀ ਰਹੀ। ਉਹ ਬਾਰ-ਬਾਰ ਬਾਹਰ ਦੇਖਦਾ ਸੀ ਤੇ ਰਿਕਸ਼ੇ ਬਾਰੇ ਸੋਚਦਾ ਸੀ ਕਿ ਉਹ ਰਿਕਸ਼ੇ ਵਾਲਾ ਜਿਹੜਾ ਵਾ ਉਸ ਦੇ ਬਾਰੇ ਕੋਈ ਬੁਰਾ ਖਿਆਲ ਨਾ ਰੱਖਦਾ ਹੋਵੇ, ਕਿਤੇ ਉਸ ਨੂੰ ਹੋਰ ਸਾਥੀਆਂ ਦੇ ਨਾਲ ਮਿਲ ਕੇ ਉਸ 'ਤੇ ਕੋਈ ਹਮਲਾ ਨਾ ਕਰ ਦੇਵੇ। ਇਹ ਗੱਲਾਂ ਜਿਹੜਾ ਵਾ ਉਹ ਸੋਚ ਰਿਹਾ ਸੀ। ਅਗਲਾ ਪ੍ਰਸ਼ਨ ਵੇਖੋ, ਰਿਕਸ਼ੇ ਵਾਲੇ ਨੂੰ ਨਾ ਦਿੱਤੇ ਜਾ ਸਕਣ ਵਾਲੇ 3 ਰੁਪਈਆਂ ਦੇ ਬੋਝ ਤੋਂ ਮੁਕਤ ਹੋਣ ਲਈ ਪਤੀ ਪਤਨੀ ਕੀ ਤਰਕੀਬ ਸੋਚਦੇ ਹਨ? ਜਦੋਂ ਕਹਾਣੀਕਾਰ ਬਾਹਰ ਨਿਕਲ ਕੇ ਵੇਖਦਾ ਕਿ ਉਹ ਰਿਕਸ਼ੇ ਵਾਲੇ ਨਾਲ ਇੱਕ ਟੁੱਕ ਗੱਲ ਕਰ ਹੀ ਆਵੇ, ਜਾਂ ਤਾਂ ਉਹ ਪੈਸੇ ਲੈ ਜਾਵੇ ਜਾਂ ਇੱਥੋਂ ਹਮੇਸ਼ਾ ਲਈ ਚਲਾ ਜਾਵੇ, ਕਿ ਸਾਡੀਆਂ ਨਜ਼ਰਾਂ ਦੇ ਸਾਹਮਣੇ ਨਾ ਰਵੇ। ਜਦੋਂ ਉਹ ਬਾਹਰ ਜਾਂਦਾ ਵਾ ਤਾਂ ਉਹ ਦੇਖਦਾ ਕਿ ਰਿਕਸ਼ੇ ਵਾਲਾ ਚਲਾ ਗਿਆ ਤੇ ਉਹ ਆਪਣੀ ਪਤਨੀ ਨੂੰ ਕਹਿੰਦਾ ਕਿ ਉਹ ਰਿਕਸ਼ੇ ਵਾਲਾ ਇੱਥੋਂ ਚਲਾ ਗਿਆ। ਅੱਗੋਂ ਪਤਨੀ ਕਹਿੰਦੀ ਹੈ ਕਿ ਉਹ ਰਿਕਸ਼ੇ ਵਾਲੇ ਨੂੰ ਨਾ ਦਿੱਤੇ ਜਾ ਸਕਣ ਵਾਲੇ 3 ਰੁਪਏ ਪਿੰਗਲਵਾੜੇ ਨੂੰ ਦੇ ਦੇਣਗੇ। ਜਦੋਂ ਪਤੀ ਪੁੱਛਦਾ ਹੈ ਕਿ ਜਿਹੜੇ 50 ਪੈਸੇ ਉਸਨੇ ਰਿਕਸ਼ੇ ਵਾਲੇ ਨੂੰ ਵੱਧ ਦੇਣੇ ਸਨ ਉਹਨਾਂ ਦਾ ਕੀ ਕਰੇਗੀ, ਤਾਂ ਪਤਨੀ ਉੱਤਰ ਦਿੰਦੀ ਹੈ ਕਿ ਉਹ ਅੱਡੇ ਵਾਲੇ ਮੰਗਤੇ ਦੀ ਤਲੀ ਉੱਤੇ ਧਰ ਦੇਣਗੇ। ਇਸ ਤਰ੍ਹਾਂ ਕਰਕੇ ਉਹ ਆਪਣੇ ਮਨ ਨੂੰ ਸੰਤੁਸ਼ਟੀ ਪਹੁੰਚਾਉਣਾ ਚਾਹੁੰਦੀ ਹੈ ਕਿ ਉਹ ਜਿਹੜੇ ਉਹਦੇ ਹਿੱਸੇ ਦੇ ਪੈਸੇ ਸੀ ਉਹ ਆਪਣੇ ਕੋਲ ਨਹੀਂ ਰੱਖਣਗੇ। ਕੀ ਰਿਕਸ਼ੇ ਵਾਲਾ ਤੁਹਾਨੂੰ ਵੀ ਮਾੜਾ ਬੰਦਾ ਲੱਗਦਾ ਹੈ? ਹਾਂ ਜਾਂ ਨਾ ਦੇ ਹੱਕ ਵਿੱਚ ਦਲੀਲਾਂ ਦਿਓ। ਰਿਕਸ਼ੇ ਵਾਲਾ ਜਿਹੜਾ ਵਾ ਇਸ ਕਰਕੇ ਮਾੜਾ ਬੰਦਾ ਹੈ ਕਿਉਂਕਿ ਉਹ ਤੈਅ ਕੀਤੇ ਪੈਸਿਆਂ ਤੋਂ ਵੱਧ ਪੈਸੇ ਮੰਗਣ ਲਈ ਬੇਨਤੀ ਨਹੀਂ ਕਰਦਾ, ਜਾਂ ਉਹ ਨਿਮਰਤਾ ਨਾਲ ਨਹੀਂ ਕਹਿੰਦਾ ਕਿ ਬੀਬੀ ਜੀ ਰਿਕਸ਼ਾ ਜਿਹੜਾ ਸੀਗਾ ਉਹ ਦੁਪਹਿਰ ਵਿੱਚ ਚਲਾਉਣਾ ਔਖਾ ਸੀ ਕਿਉਂਕਿ ਰਸਤਾ ਬਹੁਤ ਖਰਾਬ ਸੀ। ਜਾਂ ਇਹ ਨਹੀਂ ਉਹਨੇ ਕਿਹਾ ਕਿ ਜਿਹੜਾ ਮੈਨੂੰ ਨਹੀਂ ਸੀ ਪਤਾ ਕਿ ਇਹ ਜਿਹੜਾ ਮੁਹੱਲਾ ਵਾ ਇੰਨੀ ਦੂਰ ਸੀ, ਇਸ ਕਰਕੇ ਤੁਸੀਂ ਮੈਨੂੰ ਪੈਸੇ ਵੱਧ ਦਿਓ। ਉਹ ਨਿਮਰਤਾ ਅਖਤਿਆਰ ਨਹੀਂ ਕਰਦਾ, ਸਗੋਂ ਕ੍ਰੋਧ ਕਰਦਾ, ਗੁੱਸੇ ਵਿੱਚ ਤੇ ਜਿੱਦ ਕਰਕੇ ਆਪਣਾ ਕੰਮ ਲੈਣਾ ਚਾਹੁੰਦਾ। ਪਰ ਉਹ ਇਸ ਕਰਕੇ ਮਾੜਾ ਬੰਦਾ ਵੀ ਨਹੀਂ ਕਿਉਂਕਿ ਉਹ ਆਪਣੇ ਹੱਕ ਲਈ ਰੋਹ ਤੇ ਰੰਜ ਦਾ ਦਿਖਾਵਾ ਕਰਦਾ ਹੈ। ਉਹ ਗੁੱਸੇ ਵਿੱਚ ਆਣ ਕੇ ਇਸ ਲਈ ਕਹਿੰਦਾ ਹੈ ਕਿ ਉਸਨੇ ਮਿਹਨਤ ਕੀਤੀ ਹੈ, ਰਿਕਸ਼ਾ ਚਲਾਇਆ ਦੁਪਹਿਰ ਦੇ ਵਿੱਚ, ਤੇ ਉਸ ਨੂੰ ਆਪਣੀ ਜਿਹੜੀ ਮਿਹਨਤ ਦਾ ਫਲ ਜ਼ਰੂਰ ਮਿਲਣਾ ਚਾਹੀਦਾ।
ਇਸ ਕਰਕੇ ਉਹ ਮਾੜਾ ਬੰਦਾ ਨਹੀਂ। ਤੇ ਆਪਣੇ ਸਵੈਮਾਨ ਨੂੰ ਕਾਇਮ ਰੱਖਦਾ। ਉਹ ਇਸ ਤਰ੍ਹਾਂ ਕਿ ਜਦੋਂ ਉਹ ਪਾਰਕ ਦੇ ਵਿੱਚ ਬੈਠਾ ਵਾ ਤੇ ਉਹ ਕਹਾਣੀਕਾਰ ਦੇ ਘਰ ਵੱਲ ਇੱਕ ਵਾਰਾਂ ਵੀ ਨਹੀਂ ਦੇਖਦਾ, ਕਿਉਂਕਿ ਉਸ ਦਾ ਸਵੈਮਾਨ ਕਾਇਮ ਹੈ। ਉਹ ਆਪਣੇ ਸਵੈਮਾਨ ਨੂੰ ਕਾਇਮ ਰੱਖਦਾ ਵਾ, ਇਸ ਕਰਕੇ ਉਹ ਮਾੜਾ ਬੰਦਾ ਨਹੀਂ। ਅੱਗੇ ਇਹ ਪ੍ਰਸ਼ਨ ਆ ਸਕਦਾ ਕਿ ਕੀ ਕਹਾਣੀਕਾਰ ਜਾਂ ਉਸ ਦੀ ਪਤਨੀ ਮਾੜੇ ਬੰਦੇ ਹਨ? ਇਹ ਤੁਸੀਂ ਆਪਣੀਆਂ ਦਲੀਲਾਂ ਇਸ ਵਾਸਤੇ ਦਿਓ। ਤੇ ਤੁਹਾਡਾ ਕੀ ਉੱਤਰ ਹੋਵੇਗਾ ਕਿ ਕਹਾਣੀਕਾਰ ਤੇ ਉਸ ਦੀ ਪਤਨੀ ਵੀ ਮਾੜੇ ਨਹੀਂ, ਕਿਉਂਕਿ ਉਹਨਾਂ ਆਪਣੇ ਅਸੂਲਾਂ 'ਤੇ ਚੱਲਣਾ ਸਿੱਖਿਆ ਹੈ। ਉਹ ਹਰ ਕੰਮ ਦੇ ਲਈ ਅਸੂਲ ਬਣਾਉਂਦੇ ਹਨ। ਜਦੋਂ ਕਹਾਣੀਕਾਰ ਦੀ ਪਤਨੀ ਰਿਕਸ਼ੇ ਵਾਲੇ ਨੂੰ ਪੈਸੇ ਪੁੱਛ ਕੇ ਤੈਅ ਕਰਕੇ ਰਿਕਸ਼ੇ ਵਿੱਚ ਬੈਠਦੀ ਹੈ ਤਾਂ ਉਸ ਵੇਲੇ ਰਿਕਸ਼ੇ ਵਾਲਾ ਉਨੇ ਪੈਸੇ ਵਾਸਤੇ ਹੀ ਰਜ਼ਾਮੰਦ ਹੋ ਜਾਂਦਾ, ਪਰ ਘਰ ਆਣ ਕੇ ਉਹ ਜਿੱਦ ਕਰਨ ਲੱਗ ਪੈਂਦਾ ਵਾ ਕਿ ਮੈਨੂੰ ਜਿਹੜੇ ਆ ਪੈਸੇ ਵੱਧ ਚਾਹੀਦੇ ਆ, ਕਿਉਂਕਿ ਰਿਕਸ਼ਾ ਜਿਹੜਾ ਸੀਗਾ ਉਹ ਖਰਾਬ ਰਾਹ ਦੇ ਉੱਤੋਂ ਆਇਆ ਵਾ ਤੇ ਦੂਰ ਮੈਨੂੰ ਪੈ ਗਿਆ, ਇਸ ਕਰਕੇ ਮੈਨੂੰ ਵੱਧ ਪੈਸੇ ਚਾਹੀਦੇ ਆ। ਤੇ ਇਸ ਕਰਕੇ ਉਹ ਰਿਕਸ਼ੇ ਵਾਲਾ ਵੀ ਨਹੀਂ ਮਾੜਾ ਤੇ ਜਿਹੜੇ ਕਹਾਣੀਕਾਰ ਤੇ ਉਸ ਦੀ ਪਤਨੀ ਵੀ ਮਾੜੇ ਨਹੀਂ। ਜਦੋਂ ਬਾਅਦ ਵਿੱਚ ਉਹਨਾਂ ਵਿੱਚ ਝਗੜਾ ਹੋ ਜਾਂਦਾ ਤੇ ਬਾਰ-ਬਾਰ ਜਿਹੜਾ ਕਹਾਣੀਕਾਰ ਆ ਉਹ ਵੀ ਬੇਚੈਨ ਹੁੰਦਾ ਵਾ ਤੇ ਕਹਾਣੀਕਾਰ ਦੀ ਪਤਨੀ ਵੀ ਬੇਚੈਨ ਹੁੰਦੇ ਆ ਤੇ ਦਿਲ ਵਿੱਚ ਉਹ ਸੋਚਦੇ ਆ ਕਿ ਸਾਨੂੰ ਉਹ ਪੈਸੇ ਦੇ ਦੇਣੇ ਚਾਹੀਦੇ ਹਨ। ਉਹ ਇਸ ਕਰਕੇ ਵੀ ਮਾੜੇ ਨਹੀਂ ਕਿ ਉਹ ਰਿਕਸ਼ੇ ਵਾਲੇ ਦੇ ਬਾਰੇ ਸੋਚਦੇ ਕਿ ਜਿੰਨੀ ਦੇਰ ਉਹ ਇੱਥੇ ਬੈਠਾ ਵਾ ਉਨੀ ਦੇਰ ਨੂੰ ਉਹ ਹੋਰ ਦਿਹਾੜੀਆਂ ਹੋਰ ਥਾਂ 'ਤੇ ਜਾ ਕੇ ਪੈਸੇ ਵੀ ਕਮਾ ਸਕਦਾ ਸੀ ਤੇ ਇੱਥੇ ਜਿਹੜੇ ਤੈਅ ਕੀਤੇ ਪੈਸੇ ਲੈ ਕੇ ਉਹ ਆਰਾਮ ਨਾਲ ਜਾ ਸਕਦਾ ਸੀ। ਤੇ ਉਹਨਾਂ ਦੇ ਜਾਹਿਲਪੁਣੇ ਦੇ ਉੱਤੇ ਕਹਾਣੀਕਾਰ ਵੀ ਪਛਤਾਉਂਦਾ ਕਿ ਇਹਨਾਂ ਦੇ ਆਪਣੀ ਜਹਿਲਤਾ ਦੇ ਕਰਕੇ ਹੀ ਇਹ ਪੈਸਾ ਨਹੀਂ ਕਮਾ ਸਕਦੇ। ਇਸ ਕਰਕੇ ਨਾ ਤਾਂ ਰਿਕਸ਼ੇ ਵਾਲਾ ਮਾੜਾ ਵਾ, ਨਾ ਕਹਾਣੀਕਾਰ ਦੀ ਪਤਨੀ ਤੇ ਨਾ ਕਹਾਣੀਕਾਰ ਹੀ ਮਾੜਾ ਵਾ। ਸਿਰਫ ਉਹਨਾਂ ਦਾ ਆਪੋ ਆਪਣਾ ਸੋਚਣ ਦਾ ਢੰਗ ਹੈ ਜਿਸ ਦੇ ਮੁਤਾਬਕ ਉਹ ਸੋਚਦੇ ਆ। ਤੇ ਪਿਆਰੇ ਬੱਚਿਓ, ਇਹ ਜਿਹੜੀ ਕਹਾਣੀ ਆ ਮੈਂ ਤੁਹਾਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਆ ਕਿ ਤੁਹਾਨੂੰ ਇਹ ਕਹਾਣੀ ਸਮਝ ਆ ਜਾਵੇ। ਇਸ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਸ਼ਨ ਆਉਣੇ ਹਨ ਤੇ ਛੋਟੇ ਪ੍ਰਸ਼ਨ ਆਉਣੇ ਹਨ, ਫਿਰ ਤੁਹਾਨੂੰ ਖਾਲੀ ਥਾਵਾਂ ਵੀ ਆ ਸਕਦੀਆਂ ਕਿ ਇੱਥੇ ਖਾਲੀ ਥਾਂ ਭਰੋ, ਜਾਂ ਠੀਕ ਗਲਤ ਵੀ ਆ ਸਕਦੇ ਆ ਤੇ ਵੱਡੇ ਪ੍ਰਸ਼ਨ ਵੀ ਆ ਸਕਦੇ ਆ। ਉਹਨਾਂ ਸਾਰਿਆਂ ਪ੍ਰਸ਼ਨਾਂ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਆ ਤੇ ਆਸ ਆ ਕਿ ਤੁਹਾਨੂੰ ਸਮਝ ਲੱਗ ਗਈ ਹੋਵੇ। ਪਿਆਰੇ ਬੱਚਿਓ, ਤੁਹਾਨੂੰ ਕਹਾਣੀ ਸੁਣਾਈ, ਇਹਤੇ ਅਭਿਆਸੀ ਪ੍ਰਸ਼ਨ ਕਰਵਾਏ ਤੇ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਤੇ ਤੁਸੀਂ ਵਧੀਆ ਤਰੀਕੇ ਨਾਲ ਇਸ ਕਹਾਣੀ ਨੂੰ ਆਪਣੇ ਦਿਮਾਗ ਵਿੱਚ ਬਿਠਾ ਲਿਆ ਹੋਵੇਗਾ। ਧੰਨਵਾਦ।